ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਆਨੰਦਪ੍ਰੀਤ ਸਿੰਘ। ਪ੍ਰੋਗਰਾਮ ਲੈ ਕੇ ਹਾਜ਼ਰਾਂ ਜੀ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ। ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਖਬਰਾਂ ਤੇ ਚਰਚਾ ਕਰਨਗੇ, ਪਰ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਕਰਦੇ ਹਾਂ ਜੀ ਸਵਾਗਤ। ਪੰਨੂ ਸਾਹਿਬ, ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਆਨੰਦਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, SGPC ਪ੍ਰਧਾਨ ਦੀ ਚੋਣ ਚਾਹੇ 28 ਅਕਤੂਬਰ ਨੂੰ ਹੈ, ਪਰ ਉਸ ਤੋਂ ਪਹਿਲਾਂ ਜਿਹੜੀਆਂ ਸਰਗਰਮੀਆਂ ਨੇ ਉਹ ਤਾਂ ਤੇਜ਼ ਹੈਗੀਆਂ ਨੇ। ਪਰ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ ਸ਼੍ਰੋਮਣੀ ਅਕਾਲੀ ਸੁਧਾਰ ਲਹਿਰ ਵੱਲੋਂ ਬੀਬੀ ਜਗੀਰ ਕੌਰ ਦਾ ਨਾਮ ਅੱਗੇ ਵਧਾਇਆ ਗਿਆ, ਤਾਂ ਉਸ ਨੂੰ ਲੈ ਕੇ ਉਸ ਨਾਮ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਉਹ ਕਹਿੰਦੇ ਕਿ ਜਿਨ੍ਹਾਂ ਦਾ ਕੇਸ ਸ੍ਰੀ ਅਕਾਲ ਤਖਤ ਸਾਹਿਬ ਵਿਚਾਰਿਆ ਜਾ ਰਿਹਾ ਹੋਵੇ, ਉਹ SGPC ਪ੍ਰਧਾਨ ਦੀ ਚੋਣ ਕਿਵੇਂ ਲੜ ਸਕਦੇ ਆ। ਇਹ ਪੂਰਾ ਮਾਮਲਾ ਹੈ ਜੀ, ਤੇ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਮੈਨੂੰ ਨਹੀਂ ਪਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਸੰਵਿਧਾਨ ਦੇ ਚੋਣ ਨਿਯਮਾਂ ਦੇ ਵਿੱਚ ਕਿਸੇ ਥਾਂ ਤੇ ਲਿਖਿਆ ਹੋਵੇ। ਜਿੰਨਾ ਕਿ ਮੈਨੂੰ ਪਤਾ ਇਹੋ ਜਿਹੀ ਕੋਈ ਗੱਲ ਲਿਖੀ ਹੋਈ ਨਹੀਂ। ਜਿਹੜੀਆਂ ਗੱਲਾਂ ਲਿਖੀਆਂ ਨੇ ਦੀਆਂ ਅਣਲਿਖੀਆਂ ਹੁੰਦੀਆਂ, ਉਹ ਰਵਾਇਤਾਂ ਨੇ। ਪਰ ਇਹੋ ਜਿਹੀ ਕੋਈ ਰਵਾਇਤ ਹੋਵੇ ਕਿ ਕਿਸੇ ਤੇ ਕੇਸ ਚੱਲਦਾ ਸੀ ਤੇ ਉਹਨੂੰ ਚੋਣ ਲੜਨ ਤੋਂ ਕਦੇ ਰੋਕਿਆ ਗਿਆ, ਇਹੋ ਜਿਹੀ ਵੀ ਕੋਈ ਮਿਸਾਲ ਸਾਡੇ ਸਾਹਮਣੇ ਪਿਛਲੀ ਹੈ ਨਹੀਂ। ਬਲਕਿ ਇਹੋ ਜਿਹੀਆਂ ਮਿਸਾਲਾਂ ਵੀ ਹੈਗੀਆਂ ਜਿਨ੍ਹਾਂ ਦੇ ਉੱਤੇ ਕਈ ਦੋਸ਼ ਲੱਗਦੇ ਸੀ ਤੇ ਉਹ ਜਾ ਕੇ ਚੋਣਾਂ ਲੜਦੇ ਰਿਹਾ। ਨਾ ਮੈਂ ਬੀਬੀ ਜਗੀਰ ਕੌਰ ਦੇ ਪੱਖ ਵਿੱਚ ਇਸ ਵੇਲੇ ਕੁਛ ਕਹਿ ਰਿਹਾ, ਨਾ ਹਰਜਿੰਦਰ ਸਿੰਘ ਧਾਮੀ ਦੇ। ਦੋਵਾਂ ਦੀ ਆਪਣੀ ਆਪਣੀ ਸ਼ਖਸੀਅਤ ਆ, ਆਪਣੀ ਆਪਣੀ ਭੂਮਿਕਾ, ਆਪਣੀ ਆਪਣੀ ਹਸਤੀ ਆ। ਉਹਨਾਂ ਦੋਵਾਂ ਦੀ ਆਪਸ ਵਿੱਚ ਚੋਣ ਜਿਹੜੀ ਆ, ਮੁਕਾਬਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿੱਚੋਂ ਕੀਤਾ ਜਾਣਾ। ਪਰ ਇਹਦੇ ਨਾਲੋਂ ਵੱਡਾ ਸਵਾਲ ਪਿਛਲਿਆਂ ਦਿਨਾਂ 'ਚ 2-3 ਵਾਰੀ ਮੈਂ ਖੜਾ ਕੀਤਾ ਸੀ, ਕੁਝ ਹੋਰ ਲੋਕ ਵੀ ਪੁੱਛਦੇ ਪਏ ਆ। ਇਹ ਤਾਂ ਹੋ ਗਿਆ ਨਾ ਅੰਦਰੂਨੀ ਮਾਮਲਾ। ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਗਈ। ਅਕਾਲ ਤਖਤ ਸਾਹਿਬ ਨੇ ਜੇ ਹੁਣ ਤੱਕ ਨਿਪਟਾਰਾ ਨਹੀਂ ਕੀਤਾ, ਇਹ ਪਤਾ ਕਿ ਬੀਬੀ ਨੇ ਚੋਣ ਲੜਨੀ। ਬੀਬੀ ਚੋਣ ਨਾ ਲੜੇ ਤੇ ਕੋਈ ਬਾਬਾ ਚੋਣ ਲੜਦੇ, ਕੋਈ ਫਰਕ ਨਹੀਂ ਪੈਂਦਾ। ਉਹਨਾਂ ਕੋਲ ਸੁਧਾਰ ਲਹਿਰ ਕੋਲ ਕਿਹੜੇ ਬੰਦੇ ਥੋੜ੍ਹੇ ਆ। ਇਹ ਕੋਈ ਖਾਸ ਗੱਲ ਨਹੀਂ। ਬੀਬੀ ਇਹਦੀ ਥਾਂ ਦੇ ਉੱਤੇ ਆਪਣੀ ਥਾਂ ਕਹਿ ਸਕਦੀ ਫਲਾਨਾ ਚੋਣ ਲੜ ਲਵੇ। ਇੱਕ ਵੱਡਾ ਸਵਾਲ ਜਿਹੜਾ ਮੈਂ ਮੁੜ ਖੜਾ ਕੀਤਾ ਤੇ ਫਿਰ ਕੁਝ ਹੋਰ ਲੋਕ ਵੀ ਖੜਾ ਕਰਦੇ ਪਏ, ਉਹ ਇਹ ਆ ਕਿ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੱਚੇ ਸੌਦੇ ਜਾਂਦੇ ਰਹੇ ਜਾਂ ਹੋਰਨਾਂ ਥਾਵਾਂ ਦੇ ਉੱਤੇ ਜਾ ਕੇ ਹਾਜ਼ਰੀਆਂ ਭਰਦੇ ਰਹੇ, ਕਿ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿੱਚ ਜਾਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਕਿ ਨਹੀਂ। ਇਹ ਕਿਹੋ ਜਿਹਾ ਬੰਦਾ ਜਿਹਨੂੰ ਇਸ ਮਾਮਲੇ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਕਰਕੇ ਜਿਹੜੇ ਬੰਦਿਆਂ ਨੂੰ ਸਿਰਸੇ ਵਾਲੇ ਡੇਰੇ 'ਚ ਜਾਣ ਕਰਕੇ ਤਨਖਾਹ ਲਾਈ ਗਈ, ਦੋਸ਼ੀ ਕਰਾਰ ਦਿੱਤਾ ਗਿਆ, ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਿਆ ਸੀ। ਤੇ ਜਿਹੜੇ ਅੱਜ ਬੀਬੀ ਜਗੀਰ ਕੌਰ ਦੇ ਖਿਲਾਫ ਸ਼ਿਕਾਇਤਾਂ ਕਰਦੇ ਆ, ਉਹਨਾਂ ਦੇ ਲਿਫਾਫੇ 'ਚੋਂ ਨਿਕਲ ਕੇ ਪ੍ਰਧਾਨ ਬਣ ਗਿਆ ਸੀ। ਇਹਦੇ ਤੋਂ ਇਲਾਵਾ ਵੀ ਕਈ ਕਿਸਮ ਦੇ ਇੱਥੇ ਇੱਕ ਇਹੋ ਜਿਹੇ ਪਹਿਲਾਂ ਮੈਂਬਰ ਬਣਦੇ ਰਹੇ ਆ ਜਿਨ੍ਹਾਂ ਉੱਤੇ ਦੋਸ਼ ਸੀ ਕਿ ਉਹਨਾਂ ਨੇ ਇੱਕ ਵਾਰੀ ਇੱਕ ਦੁਆਬੇ ਦੇ ਡੇਰੇ 'ਚ ਜਾ ਕੇ ਸ਼ਰਾਬ ਦੀਆਂ ਪੇਟੀਆਂ ਚੜਾਈਆਂ ਸੀ, ਕਿਉਂਕਿ ਉਸ ਡੇਰੇ ਦੀ ਮਾਨਤਾ ਇਹੋ ਜਿਹੀ ਸੀ ਤੇ ਉੱਥੇ ਗਹਿਣਾ ਚੜਾਤੀਆਂ ਸੀ। ਇੱਥੇ ਤਾਂ ਜੇ ਲੱਗ ਪਾਓ ਤੇ ਬਹੁਤ ਕੁਝ ਪੁਰਾਣੀਆਂ ਗੱਲਾਂ ਨੇ ਜਿਹੜੀਆਂ ਫੋਲਦਿਆਂ ਪਤਾ ਨਹੀਂ ਕਿੱਥੋਂ ਤੱਕ ਜਾਣੀਆਂ। ਇਹ ਸਾਰਾ ਕੁਝ ਜਿਹੜਾ ਮੇਰਾ ਖਿਆਲ ਹੈ ਕਿ ਇਸ ਚੋਣ ਦੇ ਮੌਕੇ ਦੇ ਉੱਤੇ ਜਿੱਦਾਂ ਕਰਦੇ ਆ, ਉਹ ਜਾਣਨ ਤੇ ਉਹਨਾਂ ਦਾ ਕੰਮ ਜਾਣੇ। ਮੈਂ ਉਹਦੇ 'ਚ ਕੋਈ ਦਖਲ ਨਹੀਂ ਦਿੰਦਾ ਕਿ ਉਹਨਾਂ ਦੀ ਮਰਿਆਦਾ ਕੀ ਕਹਿੰਦੀ ਹੈ, ਕਿਉਂਕਿ ਜਿੰਨਾ ਕੁ ਮੈਂ ਪੜ੍ਹਿਆ ਉਹਨਾਂ ਦੀ ਮਰਿਆਦਾ 'ਚ, ਉਹਨਾਂ ਦੇ ਚੋਣ ਦੇ ਨਿਯਮਾਂ 'ਚ ਇਹੋ ਜਿਹੀ ਕੋਈ ਮੱਦ ਮੈਨੂੰ ਤਾਂ ਘੱਟੋ ਘੱਟ ਲੱਭੀ ਨਹੀਂ। ਜੇ ਇਹਨਾਂ ਕੋਲ ਹੋਵੇ ਤੇ ਇਹਨਾਂ ਨੂੰ ਦੱਸ ਦੇਣੀ ਚਾਹੀਦੀ ਆ। ਦੂਸਰੀ ਗੱਲ ਜਿਹੜੀ ਆ ਉਹ ਅਹਿਮ ਆ ਕਿ ਉੱਥੋਂ ਦੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਕੀਤੇ ਜਾਂਦੇ ਆ, ਦੂਸਰੇ ਤਖਤ ਸਾਹਿਬਾਨ ਤੋਂ ਜਾਰੀ ਕੀਤੇ ਜਾਂਦੇ ਆ, ਉਹਨਾਂ ਦੀ ਪਾਲਣਾ ਹੁੰਦੀ ਕਿ ਨਹੀਂ ਹੁੰਦੀ। ਇਹ ਬਹੁਤ ਵੱਡਾ ਸਵਾਲ ਹੈ ਕਿ ਜਿਹੜੇ 5 ਸਿੰਘ ਸਾਹਿਬਾਨ ਨੂੰ ਇੱਕ ਸਰਕਾਰੀ ਕੋਠੀ ਸੱਦ ਕੇ ਹਿੰਦੀ ਦਾ ਲਿਖਿਆ ਰੁਕਾ ਦਿੱਤਾ ਗਿਆ ਤੇ ਆਖਿਆ ਇਹਨੂੰ ਤੁਸੀਂ ਹੁਕਮ ਬਣਾ ਕੇ ਸੱਚੇ ਸੌਦੇ ਵਾਲੇ ਨੂੰ ਮੁਆਫੀ ਦੇ ਦਿਓ। ਬਿਨ ਮੰਗੀ ਮੁਆਫੀ ਉਹਨਾਂ ਤੋਂ ਦਵਾਈ ਗਈ, ਔਰ ਉਹ ਵੀ ਜਿਹੜੇ ਉੱਥੇ ਚਲੇ ਗਏ ਤੇ ਉਹ ਵੀ ਜਿਨ੍ਹਾਂ ਨੇ ਉੱਥੇ ਸੱਦਿਆ, ਕਿ ਉਹਨਾਂ ਸਾਰਿਆਂ ਦੇ ਸਵਾਲ ਦੇ ਉੱਤੇ ਫੈਸਲਾ ਇੱਦਾਂ ਹੀ ਲਟਕਦਾ ਰਹੂਗਾ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਇਹੋ ਜਿਹੇ ਸਿੰਘ ਸਾਹਿਬ ਵੀ ਆਉਂਦੇ ਰਹੇ। ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਦਾ ਕਦੇ ਨਿਪਟਾਰਾ ਨਹੀਂ ਹੋਇਆ। ਇੱਥੇ ਜਿਹੜੇ ਨਿਯਮ ਕਾਨੂੰਨ ਆ, ਉਹਨਾਂ ਨੂੰ ਆਪਣੀ ਮਰਜ਼ੀ ਨਾਲ ਤੋੜਿਆ ਤੇ ਮਰੋੜਿਆ ਜਾਂਦਾ ਰਿਹਾ। ਜੇ ਤਾਂ ਅਕਾਲ ਤਖਤ ਸਾਹਿਬ ਦੇ ਵਿੱਚੋਂ ਇਹ ਆਵਾਜ਼ ਆਵੇ ਕਿ ਫਲਾਣੇ ਦੇ ਉੱਤੇ ਆਹ ਦੋਸ਼ਾਂ ਨੂੰ ਸੱਦਣਾ ਨਹੀਂ, ਤੇ ਉਹ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਦੀ ਆਵਾਜ਼ ਘੱਟ ਹੁੰਦੀ ਆ
ਬਲਕਿ ਅਕਾਲ ਤਖਤ ਸਾਹਿਬ ਦੇ ਪ੍ਰਬੰਧ ਨੂੰ ਵੇਖਣ ਵਾਲੀ ਕਮੇਟੀ ਤੇ ਉਹਦੇ ਪਿੱਛੇ ਬੈਠੀ ਸਿਆਸੀ ਪਾਰਟੀ ਦੀ ਆਵਾਜ਼ ਵੱਧ ਹੁੰਦੀ ਹੈ। ਪਟਨਾ ਸਾਹਿਬ ਦੇ ਮਾਮਲੇ 'ਚ ਅਸੀਂ 2-3 ਵਾਰ ਵੇਖਿਆ, ਜੇ ਤੇ ਉਹਨਾਂ ਦੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਬਣਦੀ ਹੋਵੇ ਤੇ ਗਿਆਨੀ ਇਕਬਾਲ ਸਿੰਘ ਉਹਨੂੰ ਸੱਦ ਲਿਆ ਜਾਂਦਾ ਸੀ ਸਿੰਘ ਸਾਹਿਬਾਨ ਦੀਆਂ ਮੀਟਿੰਗਾਂ 'ਚ, ਨਾ ਬਣਦੀ ਹੋਵੇ ਤੇ ਉਹਦੀ ਥਾਂ ਤੇ ਕਿਸੇ ਗ੍ਰੰਥੀ ਸਿੰਘ ਨੂੰ ਬਿਠਾ ਕੇ ਤੇ 5 ਸਿੰਘ ਸਾਹਿਬਾਨ ਪੂਰੇ ਕੀਤੇ ਜਾਂਦੇ ਰਹੇ ਨੇ। ਇੱਦਾਂ ਦੇ ਬਹੁਤ ਸਾਰੇ ਮਾਮਲੇ ਹਨ। ਉੱਦਾਂ ਹੀ ਜੇ ਬੀਬੀ ਜਗੀਰ ਕੌਰ ਦਾ ਮਾਮਲਾ ਵੀ ਇਹਨਾਂ ਨਿਯਮਾਂ ਕਾਨੂੰਨਾਂ ਦੇ ਘਚੋਲੇ 'ਚ ਪਾ ਦੇਣਾ ਤਾਂ ਪਾਇਆ ਜਾ ਸਕਦਾ। ਫਿਰ ਵੀ ਇਸ ਮਾਮਲੇ ਤੇ ਜੇ ਕੱਲ੍ਹ ਨੂੰ ਕੋਈ ਜਾਵੇ ਤੇ ਇਕੱਲਾ ਇਹੋ ਮਾਮਲਾ ਨਹੀਂ ਰਹਿਣਾ। ਇਸ ਚੋਣ ਦੇ ਵਿੱਚ ਬਹੁਤ ਸਾਰੇ ਮੁੱਦੇ ਹੋਰ ਉੱਠ ਸਕਦੇ ਆ। ਮੈਂ ਫਿਰ ਇੱਕ ਵਾਰੀ ਕਹਿ ਦਿਆਂ ਕਿ ਉਹਨਾਂ ਦੋਵਾਂ ਵਿੱਚੋਂ ਨਾ ਮੇਰੇ ਕੋਲ ਕਿਸੇ ਦੇ ਖਿਲਾਫ ਕੁਝ ਕਹਿਣ ਨੂੰ, ਨਾ ਹੱਕ 'ਚ। ਦੋਵੇਂ ਹੀ ਆਪਣੀ ਆਪਣੀ ਥਾਂ ਤੇ ਸਤਿਕਾਰ ਸ਼ਖਸੀਅਤਾਂ। ਚੋਣ ਸਿਰਫ ਚੋਣ ਹੋਣੀ ਚਾਹੀਦੀ ਆ। ਇਸ ਕਿਸਮ ਦੇ ਸਿਆਸਤ ਦੇ ਆਧਾਰ ਤੇ ਚੁੱਕੇ ਗਏ ਮੁੱਦਿਆਂ ਨੂੰ ਲੈ ਕੇ ਜੇ ਕੋਈ ਖਿਲਾਰਾ ਪੈਂਦਾ ਤੇ ਇੱਕ ਵਾਰੀ ਫਿਰ ਉਹੋ ਜਿਹਾ ਮਾਹੌਲ ਬਣੇਗਾ ਜਿਹੋ ਜਿਹਾ ਪਿਛਲੇ ਹਫ਼ਤੇ ਅਸੀਂ ਬਣਿਆ ਵੇਖਿਆ ਸੀ। ਜੀ ਪੁੰਨ ਸਾਹਿਬ, ਤੇ ਉੱਧਰ ਗੱਲ ਹੁਣ ਜੰਮੂ ਕਸ਼ਮੀਰ ਦੀ ਕਰਨੀ ਹੈ। ਉੱਥੇ ਸੱਜਰੀ ਸਰਕਾਰ ਬਣੀ ਹੈ, ਪਰ ਜਿਸ ਤਰ੍ਹਾਂ ਦੇ ਲੱਗਦਾ ਸੀ ਵੋਟਾਂ ਵੇਲੇ ਕਿ ਉੱਥੇ ਤੇ ਕੇਂਦਰ ਸਰਕਾਰ ਦੇ ਵਿਚਾਲੇ, ਜਿਹੜੀ ਵੀ ਸਰਕਾਰ ਉੱਥੇ ਬਣੇਗੀ ਤੇ ਕੇਂਦਰ ਦੇ ਵਿਚਾਲੇ ਜੇ ਹੋ ਸਕਦਾ ਕਿ ਉੱਥੇ ਟਸਲ ਉਹ ਦੇਖਣ ਨੂੰ ਮਿਲੇ, ਪਰ ਉੱਥੇ ਜੰਮੂ ਕਸ਼ਮੀਰ ਸਰਕਾਰ ਨੇ ਪਹਿਲਾ ਮਤਾ ਪਾਸ ਕੀਤਾ ਤੇ ਉਸ ਨੂੰ ਐਲਜੀ ਨੇ ਪ੍ਰਵਾਨ ਵੀ ਕੀਤਾ ਕਿ ਸਾਨੂੰ ਜਿਹੜਾ ਸੂਬਾ ਹੈ ਉਹਦਾ ਰਾਜ ਦਾ ਦਰਜਾ ਉਹ ਮਿਲਣਾ ਚਾਹੀਦਾ ਜੰਮੂ ਕਸ਼ਮੀਰ ਨੂੰ, ਯਾਨੀ ਕਿ ਸਟੇਟਹੁੱਡ ਦਾ ਦਰਜਾ ਮਿਲਣਾ ਚਾਹੀਦਾ। ਪਰ ਸਭ ਇਹਨੂੰ ਕਿਵੇਂ ਦੇਖਦੇ ਹੋ, ਜਿਹੜੀ ਇਹ ਸਿਆਸਤ ਹੈ ਆਪਸ ਦੇ ਵਿੱਚ ਮਿਲ ਬੈਠ ਕੇ ਚੱਲਣ ਵਾਲੀ, ਇਹ ਕੀ ਉੱਥੇ ਜੰਮੂ ਕਸ਼ਮੀਰ ਦੇ ਵਿੱਚ ਕੁਝ ਨਵਾਂ ਹੋ ਰਿਹਾ ਜੀ? ਦੇਖੋ, ਜਿਹੜੀ ਸਿਆਸਤ ਹੈ ਇਹਦੇ ਮਹਾਰਥੀ ਸ਼ਤਰੰਜ ਦੇ ਘੋੜੇ ਵਾਂਗ ਕਦੇ ਵੀ ਸਿੱਧੇ ਨਹੀਂ ਚੱਲਦੇ। ਉਹ 2.5 ਘਰ ਦਾ ਛੜੱਪਾ ਕਦੇ ਖੱਬੇ ਪਾਸੇ ਨੂੰ, ਕਦੇ ਸੱਜੇ ਪਾਸੇ ਨੂੰ, ਕਦੇ ਅੱਗੇ ਨੂੰ, ਕਦੇ ਪਿੱਛੇ ਨੂੰ ਮਾਰਦੇ। 2.5 ਘਰ ਦਾ ਮਤਲਬ ਹੁੰਦਾ ਕਿ 2 ਘਰ ਸਿੱਧੇ ਤੇ ਇੱਕ ਅੱਧਾ ਜਿਹੜਾ ਵਾ ਖੱਬੇ ਸੱਜੇ ਮਾਰ ਲੈਣਾ। ਇਹ ਜਿਹੜੇ ਛੜੱਪੇ ਆ ਸ਼ਤਰੰਜ ਦੇ ਵਿੱਚ ਚੱਲਦੇ। ਭਾਰਤ ਦੀ ਰਾਜਨੀਤੀ ਵਿੱਚ ਵੀ ਉਹ ਸ਼ਤਰੰਜ ਛੜੱਪੇ ਆ ਉਹ ਚੱਲਦੇ ਆ। ਹੁਣ ਇੱਥੇ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਧਾਰਾ 370 ਤੋੜੀ ਗਈ ਤੇ ਉੱਥੇ ਉਹਦੇ ਤੋਂ ਬਾਅਦ ਇਹਨਾਂ ਸਾਰੀਆਂ ਪਾਰਟੀਆਂ ਨੇ ਬੜਾ ਵਿਰੋਧ ਕੀਤਾ। ਇਹ ਇੱਥੋਂ ਤੱਕ ਕਹਿੰਦੇ ਰਹੇ ਕਿ ਜੇ ਸਾਡੀ ਸਰਕਾਰ ਬਣ ਗਈ ਧਾਰਾ 370 ਦੁਬਾਰਾ ਬਹਾਲ ਕਰਨ ਵਾਸਤੇ ਅਸੀਂ ਯਤਨ ਕਰਾਂਗੇ। ਜੇ ਬਹਾਲ ਕਰਨ ਵਾਸਤੇ ਯਤਨ ਕਰਨੇ ਸੀ ਤੇ ਫਿਰ ਅੜਨਾ ਚਾਹੀਦਾ ਸੀ। ਅੜੇ ਕਿਉਂ ਨਹੀਂ, ਇੱਕਦਮ ਭੱਜ ਕਿਉਂ ਖਲੋਤੇ? ਇਹਦੇ ਨਾਲ ਹੀ ਜਿਹੜਾ ਜੰਮੂ ਕਸ਼ਮੀਰ ਸਟੇਟ ਨੂੰ ਤੋੜ ਕੇ ਜੋ ਲਦਾਖ ਤੇ ਕਾਰਗਿਲ ਵੱਖਰਾ ਕੱਢ ਕੇ ਤੇ ਲਦਾਖ ਦਾ ਯੂਨਿਟ ਟੈਰੀਟਰੀ ਵਾਲਾ ਇੱਕ ਵੱਖਰਾ ਪ੍ਰਦੇਸ਼ ਬਣਾਇਆ ਗਿਆ। ਅੱਗੋਂ ਫਿਰ ਜੰਮੂ ਕਸ਼ਮੀਰ ਨੂੰ ਵੀ ਤੋੜ ਕੇ ਸੂਬਾ ਨਾ ਰਹਿਣ ਦਿੱਤਾ ਤੇ ਯੂਨਿਟ ਟੈਰੀਟਰੀ ਬਣਾਤਾ। ਇਹ ਮੁੱਦੇ ਬੜੇ ਭਾਰੂ ਸਨ। ਹੁਣ ਨਵੀਂ ਸਰਕਾਰ ਆਈ ਹੈ, ਇਹਨਾਂ ਨੇ ਆਉਂਦਿਆਂ ਹੀ ਮਤਾ ਪਾਸ ਕਰ ਦਿੱਤਾ ਕਿ ਜੰਮੂ ਕਸ਼ਮੀਰ ਜਿਹੜੀ ਸਟੇਟ ਆ ਇਹਨੂੰ ਪੂਰੇ ਰਾਜ ਦਾ ਦਰਜਾ ਦਿੱਤਾ ਜਾਵੇ। ਦਰਜਾ ਤਾਂ ਪਾਰਲੀਮੈਂਟ ਨੇ ਦੇਣਾ, ਇਹਦੀ ਪਹਿਲਾਂ ਪ੍ਰਵਾਨਗੀ ਇੱਥੋਂ ਜੰਮੂ ਕਸ਼ਮੀਰ ਸਰਕਾਰ ਦੇ ਮਤੇ ਦੀ ਲੈਫਟੀਨੈਂਟ ਗਵਰਨਰ ਨੇ ਦੇਣੀ ਹੈ। ਇਹ ਤੋਂ ਬਾਅਦ ਇਹਦੀ ਪ੍ਰਵਾਨਗੀ ਕੇਂਦਰ ਮੰਤਰੀ ਮੰਡਲ ਨੇ ਦੇਣੀ ਹੈ। ਫਿਰ ਇਹ ਪਾਰਲੀਮੈਂਟ 'ਚ ਜਾਵੇਗਾ। ਉੱਥੋਂ ਪ੍ਰਵਾਨਗੀ ਤੋਂ ਬਾਅਦ ਰਾਸ਼ਟਰਪਤੀ ਦੇ ਦਸਤਖਤ ਹੋਣਗੇ। ਉਦੋਂ ਬਾਅਦ ਨੋਟੀਫਿਕੇਸ਼ਨ ਹੋਵੇਗਾ। ਜੇ ਨੋਟੀਫਿਕੇਸ਼ਨ ਹੋ ਜਾਂਦਾ ਤੇ ਪੂਰੇ ਰਾਜ ਦਾ ਦਰਜਾ ਮਿਲੇਗਾ। ਪਰ ਧਾਰਾ 370 ਵਾਲੇ ਜਿਹੜੇ ਬਿਆਨ ਸੀ ਉਹ ਕਿੱਥੇ ਚਲੇ ਗਏ? ਸਾਨੂੰ ਇਹ ਪਤਾ, ਇੱਕ ਵਾਰੀ ਗੁਪਕਾਰ ਅੰਦੋਲਨ ਚੱਲਿਆ ਸੀ। ਅਸਲ 'ਚ ਉੱਥੇ ਸ੍ਰੀਨਗਰ 'ਚ ਇੱਕ ਗੁਪਕਾਰ ਰੋਡ ਆ ਜਿੱਥੇ ਇਹਨਾਂ ਸਾਰੇ VIPs ਦੇ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ ਨਾਲ ਸਾਰਿਆਂ ਦੇ ਘਰ ਆ। ਉੱਥੇ ਇਹਨਾਂ ਨੇ ਇੱਕ ਮੀਟਿੰਗ ਕੀਤੀ ਸੀ। ਉਸ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਸੀ ਧਾਰਾ 370 ਤੇ ਜੰਮੂ ਕਸ਼ਮੀਰ ਦੇ ਪੂਰੇ ਰਾਜ ਦੇ ਦਰਜੇ ਲਈ ਲੜਿਆ ਜਾਵੇਗਾ। ਹੌਲੀ ਹੌਲੀ ਚੋਣਾਂ ਦੇ ਅਖੀਰ ਤੇ ਜਾ ਕੇ ਫਾਰੂਕ ਅਬਦੁੱਲਾ ਸਾਬਕਾ ਮੁੱਖ ਮੰਤਰੀ ਤੇ ਉਹਦਾ ਪੁੱਤਰ ਉਮਰ ਅਬਦੁੱਲਾ ਜਿਹੜਾ ਹੁਣ ਮੁੱਖ ਮੰਤਰੀ ਬਣਿਆ, ਅੱਗੇ ਵੀ ਰਹਿ ਚੁੱਕਾ, ਇਹਨਾਂ ਨੇ ਅਚਾਨਕ 4 ਦਿਨ ਵੋਟਾਂ ਪੈਣ ਤੋਂ ਪਹਿਲਾਂ ਬੋਲੀ ਬਦਲ ਲਈ ਤੇ ਇਹਨਾਂ ਨੇ ਧਾਰਾ 370 ਦੀ ਗੱਲ ਛੱਡ ਕੇ ਸਿਰਫ ਇਹ ਕਹਿਣਾ ਸ਼ੁਰੂ ਕਰਤਾ, ਸਾਡੀ ਵੱਡੀ ਮੰਗ ਹੈ ਕਿ ਇਹਦੇ ਪੂਰੇ ਰਾਜ ਦਾ ਦਰਜਾ ਬਹਾਲ ਕੀਤਾ ਜਾਵੇ। ਇੰਨੀ ਗੱਲ ਮੰਨਣ ਦੇ ਵਿੱਚ ਨਰਿੰਦਰ ਮੋਦੀ ਸਾਹਿਬ ਨੂੰ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਇਤਰਾਜ਼ ਹੀ ਨਹੀਂ ਹੋਣਾ। ਉਹ ਕਹਿਣਗੇ ਸਾਰਾ ਕੁਝ ਉਹੋ ਹੀ ਆ, ਲੈਫਟੀਨੈਂਟ ਗਵਰਨਰ ਦੀ ਥਾਂ ਗਵਰਨਰ ਰਹਿ ਪਊਗਾ, ਬਾਕੀ ਸਾਰਾ ਕੁਝ ਤੁਹਾਡਾ ਜਿਹੜਾ ਤੁਸੀਂ ਆਪਣੀ ਮਰਜ਼ੀ ਨਾਲ ਚਲਾਈ ਜਾਓ। ਪਰ ਜਿੱਦਣ ਉਹਨੂੰ ਤੋੜਨਾ ਹੋਇਆ, ਜੋ ਅਧਿਕਾਰ ਦਿੱਤੇ ਹੋਏ ਖੋਹਣੇ ਹੋਏ, ਤੇ ਧਾਰਾ 356 ਭਾਰਤ ਦੇ ਕਾਨੂੰਨ ਵਿੱਚ, ਸੰਵਿਧਾਨ 'ਚ ਹੈਗੀ ਆ, ਉਹਦੀ ਧਾਰਾ 356 ਉਹਦੀ ਸਮੱਸਿਆ ਅਸੀਂ ਸਮਝੀਏ। ਉਸ ਧਾਰਾ 356 ਦੇ ਵਿੱਚ ਬਹੁਤੇ ਲੋਕ ਇਹ ਸਮਝਦੇ ਆ ਕਿ ਸੂਬੇ ਦੀ ਸਰਕਾਰ ਤੋੜੀ ਜਾਂਦੀ ਹੈ। ਅਸਲ 'ਚ ਤੋੜੀ ਇਕੱਲੀ ਨਹੀਂ ਜਾਂਦੀ, ਉਹਦੇ ਵਿੱਚ ਕੁਝ ਮੱਦਾਂ ਇਹੋ ਜਿਹੀਆਂ ਵੀ ਆ ਕਿ ਸਰਕਾਰ ਤੋੜੇ ਬਗੈਰ ਉਸ ਸਰਕਾਰ ਦੇ ਸਾਰੇ ਅਧਿਕਾਰ ਜਿਹੜੇ ਆ ਖੋਹ ਕੇ ਕੇਂਦਰ ਆਪਣੇ ਹੱਥ ਲੈ ਸਕਦਾ। ਮੁੱਖ ਮੰਤਰੀ ਸਿਰਫ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਵਾਂਗੂ ਤੁਰਿਆ ਜਾਊ।
ਉੱਥੇ ਕਾਰਜਕਾਰੀ ਅਧਿਕਾਰੀ ਜਿਹੜਾ ਈਓ ਜਿਸ ਤਰ੍ਹਾਂ ਕੰਮ ਕਰਦਾ ਹੁੰਦਾ, ਇਸ ਤਰ੍ਹਾਂ ਜਿਹੜਾ ਚੀਫ ਸੈਕਟਰੀ ਕੰਮ ਚਲਾਈ ਜਾਓ, ਮੁੱਖ ਮੰਤਰੀ ਕੋਲ ਅਧਿਕਾਰ ਹੀ ਕੋਈ ਨਹੀਂ ਹੋ। ਜੀ ਇੱਕ ਇੰਨੀ ਗੱਲ ਦੇ ਉੱਤੇ ਸਮਝੌਤਾ ਕਰਦੇ ਜਾਪਦੇ ਆ। ਕਾਂਗਰਸ ਪਾਰਟੀ ਜਦੋਂ ਮੰਤਰੀ ਮੰਡਲ 'ਚ ਸ਼ਾਮਲ ਨਹੀਂ ਹੋਈ, ਅਸੀਂ ਕਹਿੰਦੇ ਸਾਂ ਪਤਾ ਨਹੀਂ ਹੋਈ ਕਿਉਂ ਨਹੀਂ। ਹੁਣ ਲੱਗਦਾ ਕਿ ਕਾਂਗਰਸ ਪਾਰਟੀ ਦੇ ਮਨ ਵਿੱਚ ਇਹ ਦਚਿੱਤੀ ਸੀ ਕਿ ਵੋਟਾਂ ਪੈਣ ਤੋਂ 4 ਦਿਨ ਪਹਿਲਾਂ ਜਿਹੜੀ ਅਬਦੁੱਲਾ ਬਾਪ ਬੇਟੇ ਨੇ ਬੋਲੀ ਬਦਲੀ ਆ, ਕਿਤੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਨਾਲ ਅੰਦਰ ਖਾਤੇ ਕੋਈ ਅੱਖ ਤਾਂ ਨਹੀਂ ਮਿਲ ਗਈ, ਕੋਈ ਸਮਝੌਤਾ ਤਾਂ ਨਹੀਂ ਹੋ ਗਿਆ ਕਿ ਤੁਸੀਂ ਸਾਡੀ ਸਰਕਾਰ ਚੱਲਣ ਦਿਓ ਤੇ ਅਸੀਂ ਬਹੁਤੀ ਕੋਈ ਅੜੀ ਫੜੀ ਨਹੀਂ ਕਰਦੇ। ਇਹ ਵੀ ਇਹ ਬਿਆਨ ਦਿੱਤਾ ਸੀ ਫਾਰੂਕ ਅਬਦੁੱਲਾ ਨੇ, ਉਮਰ ਅਬਦੁੱਲਾ ਦੇ ਬਾਪ ਨੇ, ਕਿ ਰਾਜ ਤਾਂ ਸੂਬਿਆਂ 'ਚ ਕਰਨਾ ਹੋਵੇ ਤੇ ਕੇਂਦਰ ਸਰਕਾਰ ਦੀ ਹਮਾਇਤ ਨਾਲ ਹੀ ਕੀਤਾ ਜਾ ਸਕਦਾ, ਉਹਦਾ ਵਿਰੋਧ ਨਹੀਂ ਕੀਤਾ ਜਾ ਸਕਦਾ, ਵਿਰੋਧ ਕਰਕੇ ਸਰਕਾਰਾਂ ਨਹੀਂ ਚੱਲਦੀਆਂ। ਜਦੋਂ ਅਸੀਂ ਇਦਾਂ ਦੀਆਂ ਗੱਲਾਂ ਕਰਦੇ ਹਾਂ ਤੇ ਉਹਦੇ 'ਚੋਂ ਬਹੁਤ ਕੁਝ ਨਿਕਲਦਾ, ਉਹ ਇਸ ਵਾਰੀ ਵੀ ਨਿਕਲਦਾ ਪਿਆ। ਅਸਲ ਵਿੱਚ ਕੀ ਹੁੰਦਾ ਤੇ ਕੀ ਹੋਣਾ ਇਹ ਸਮਾਂ ਦੱਸੇਗਾ, ਪਰ ਜਿਹੜੇ ਮੁੱਢਲੇ ਸੰਕੇਤ ਆ ਉਹ ਜੰਮੂ ਕਸ਼ਮੀਰ ਵਾਲੇ ਪਾਸੇ ਤੋਂ ਕੋਈ ਬਹੁਤੇ ਚੰਗੇ ਨਹੀਂ ਆ ਰਹੇ। ਇਦਾਂ ਲੱਗਦਾ ਕਿ ਜਿਵੇਂ ਉੱਥੋਂ ਵਾਲਿਆਂ ਤੇ ਦਿੱਲੀ ਵਾਲਿਆਂ ਦਾ ਇੱਕ ਸਮਝੌਤਾ ਜਿਹਾ ਹੁੰਦਾ ਪਿਆ। ਜੀ ਪੰਨੂ ਸਾਹਿਬ, ਹੁਣ ਇਹ ਗੱਲ ਆਪਾਂ ਜੰਮੂ ਕਸ਼ਮੀਰ ਦੀ ਕੀਤੀ ਹੈ, ਉੱਥੇ ਵੀ ਸੱਜਰੀ ਸਰਕਾਰ ਬਣੀ ਹੈ, ਤੇ ਹੁਣ ਹਰਿਆਣਾ ਦੀ ਗੱਲ ਕਰਦੇ ਹਾਂ, ਉੱਥੇ ਵੀ ਨਵੀਂ ਸਰਕਾਰ ਬਣੀ ਹੈ। ਤੇ ਸਰਕਾਰ ਨੇ ਬਣਦੇ ਸਾਰੀ ਉੱਥੇ ਜਿਹੜੀ ਕਨਸੋਆਂ ਮਿਲ ਰਹੀਆਂ ਨੇ ਜਾਂ ਉੱਥੋਂ ਖਬਰਾਂ ਆ ਰਹੀਆਂ ਨੇ, ਤਾਂ ਉੱਥੇ ਇਹ ਗੱਲ ਜ਼ਰੂਰ ਚੱਲ ਰਹੀ ਹੈ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਰਿਜ਼ਰਵੇਸ਼ਨ ਨੂੰ ਲੈ ਕੇ ਵੱਡਾ ਮਸਲਾ ਖੜਾ ਹੋਇਆ, ਹਰਿਆਣਾ ਸਰਕਾਰ ਕੋਟੇ 'ਚ ਕੋਟਾ ਮਤਲਬ ਦੇ ਸਕਦੀ ਹੈ, ਇਹਨੂੰ ਰਿਜ਼ਰਵ ਕਰ ਸਕਦੀ ਹੈ। ਇਹ ਪੂਰਾ ਮਾਮਲਾ ਕੀ ਹੈ ਜੀ? ਦੇਖੋ ਨੰਦਪ੍ਰੀਤ ਜੀ, ਇੱਕ ਗੱਲ ਤੇ ਮੈਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਇਸ ਵੇਲੇ ਕਿਉਂਕਿ ਦੀਵਾਲੀ ਨੇੜੇ ਆਈ ਪਈ ਆ, ਕਈਆਂ ਥਾਵਾਂ ਤੇ ਬੱਚੇ ਪਟਾਕੇ ਵਗੈਰਾ ਚਲਾਉਂਦੇ, ਸਰਕਾਰ ਦੀਆਂ ਪਾਬੰਦੀਆਂ ਦੇ ਬਾਵਜੂਦ ਚਲਾ ਰਹੇ ਆ। ਜੇ ਤੁਹਾਨੂੰ ਪਿੱਛੋਂ ਕਿਤੇ ਪਟਾਕੇ ਚੱਲਣ ਦੀ ਆਵਾਜ਼ ਸੁਣੇ ਤੇ ਸਮਝੋ ਕਿ ਆਂਢ ਗੁਆਂਢ ਗਲੀ ਮੁਹੱਲੇ 'ਚ ਲੋਕ ਆਪਣੇ ਢੰਗ ਨਾਲ ਵੀ ਕੰਮ ਕਰਦੇ ਪਏ ਤੇ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ। ਜੇ ਸਰਕਾਰਾਂ ਨਹੀਂ ਰੋਕਦੀਆਂ ਤੇ ਜਤਿੰਦਰ ਪੰਨੂ ਰੋਕਣ ਵਾਲਾ ਕੌਣ ਹੁੰਦਾ? ਇਹ ਆਵਾਜ਼ ਜੇ ਆਵੇ ਤੇ ਇਹਨੂੰ ਤੁਸੀਂ ਅੱਖੋਂ ਪਰੋਖਾ ਕਰ ਦਿਓ। ਦੂਜੀ ਗੱਲ ਇਹ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਰਿਜ਼ਰਵੇਸ਼ਨ ਜਿਹੜੀ ਆ ਹੁਣ ਤੋਂ ਨਹੀਂ ਗਈ ਚੱਲਦੀ, 1930 ਤੋਂ ਚੱਲਦੀ ਪਈ ਆ। 1930 ਤੋਂ ਬਾਅਦ ਜਿਹੜੀ 1936 'ਚ ਸਾਡੇ ਪੰਜਾਬ ਦੀ ਪਹਿਲੀ ਵਿਧਾਨ ਸਭਾ ਚੁਣੀ ਗਈ, ਉਹਦੇ ਵਿੱਚ ਵੀ ਸੀਟਾਂ ਦੀ ਰਿਜ਼ਰਵੇਸ਼ਨ ਹੈਗੀ ਸੀ। ਜਿਹੜਾ ਪੂਨਾ ਪੈਕਟ ਹੋਇਆ ਸੀ, ਮਹਾਤਮਾ ਗਾਂਧੀ ਪਹਿਲਾਂ ਰਿਜ਼ਰਵੇਸ਼ਨ ਦੇਣ ਨੂੰ ਮੰਨਦੇ ਨਹੀਂ ਸੀ, ਡਾਕਟਰ ਅੰਬੇਡਕਰ ਜ਼ੋਰ ਦਿੰਦੇ ਸੀ, ਅਖੀਰ ਸਮਝੌਤਾ ਹੋਇਆ, ਕੁਝ ਇੱਧਰ ਕੁਝ ਉੱਧਰ ਕਰਕੇ ਮਨਾਇਆ ਗਿਆ। ਉਸ ਰਿਜ਼ਰਵੇਸ਼ਨ ਤੋਂ ਬਾਅਦ ਕਈ ਮੋੜ ਘੋੜ ਆਏ, ਕਦੇ ਕਹਿੰਦੇ ਸੀ ਰਿਜ਼ਰਵੇਸ਼ਨ ਖਤਮ ਕਰ ਦਿਓ, ਕਦੇ ਕਹਿੰਦੇ ਸੀ ਚੱਲਦੀ ਰੱਖੋ। ਵੀਪੀ ਸਿੰਘ ਪ੍ਰਧਾਨ ਮੰਤਰੀ ਜਦੋਂ ਬਣਿਆ, ਉਸ ਦੌਰ ਦੇ ਵਿੱਚ ਵੀ ਇੱਕ ਐਂਟੀ ਰਿਜ਼ਰਵੇਸ਼ਨ ਮੂਵਮੈਂਟ ਚੱਲੀ ਸੀ, ਜਿਹਦੇ 'ਚ ਬਹੁਤ ਸਾਰੇ ਬੱਚੇ ਜਿਹੜੇ ਉਹ ਕੁਝ ਖਾ ਕੇ ਮਰ ਗਏ, ਕੋਈ ਸੜ ਕੇ ਮਰ ਗਿਆ, ਕਿਸੇ ਨੇ ਖੁਦਕੁਸ਼ੀ ਕਰ ਲਈ ਤੇ ਜਾਣ ਲੱਗਿਆ ਨੋਟ ਲਿਖ ਕੇ ਰੱਖ ਜਾਂਦੇ ਸੀ। ਦੋਵਾਂ ਪਾਸਿਆਂ ਤੋਂ, ਇੱਕ ਪਾਸੇ ਤੋਂ ਇਹ ਕਿ ਅਸੀਂ ਵੱਧ ਪੜ੍ਹ ਲਿਖ ਕੇ ਜ਼ਿਆਦਾ ਨੰਬਰ ਲੈ ਕੇ ਵੀ ਰਹਿ ਜਾਂਦੇ ਹਾਂ ਤੇ ਰਿਜ਼ਰਵ ਕਲਾਸ ਵਾਲੇ ਬਣ ਜਾਂਦੇ, ਦੂਜੇ ਪਾਸੇ ਤੋਂ ਇਹ ਕਿ ਸਾਨੂੰ ਦਿੱਤਾ ਕੁਛ ਜਾਂਦਾ ਨਹੀਂ, ਰਿਜ਼ਰਵੇਸ਼ਨ ਦੇ ਨਾਂ ਤੇ ਬੁਰੇ ਬਣਾ ਕੇ ਤੇ ਸਾਡਾ ਹੁਣ ਉਹ ਵੀ ਹੱਕ ਖੋਇਆ ਜਾ ਰਿਹਾ। ਦੋਵੇਂ ਪਾਸਿਓਂ ਇਸ ਤਰ੍ਹਾਂ ਦੀਆਂ ਮੌਤਾਂ ਹੋਈਆਂ ਸਨ। ਫਿਰ ਉਹ ਮਾਮਲਾ ਠੱਲਿਆ ਗਿਆ। ਹਰ 10 ਸਾਲਾਂ ਬਾਅਦ ਉਹ ਰੌਲਾ ਪੈਂਦਾ। ਪਿਛਲੇ ਕੁਝ ਸਮੇਂ ਤੋਂ ਇਹ ਮੰਗ ਉੱਠ ਰਹੀ ਆ, ਕੋਈ ਪਿਛਲੇ 20-25 ਸਾਲਾਂ ਤੋਂ 30 ਤੋਂ, ਕਿ ਇਸ ਰਿਜ਼ਰਵੇਸ਼ਨ ਦੇ ਵਿੱਚ ਇੱਕ ਕਰੀਮੀ ਲੇਅਰ ਹੋ ਗਈ ਆ। ਕਰੀਮੀ ਲੇਅਰ ਦਾ ਮਤਲਬ ਇਹ ਕਿ ਜਿਨ੍ਹਾਂ ਕੋਲ ਘਰ ਖਾਂਦੇ ਪੀਂਦੇ ਪਰਿਵਾਰ ਨੇ, ਪਰ ਉਹ ਪੀੜ੍ਹੀਓਂ ਪੀੜ੍ਹੀ ਰਿਜ਼ਰਵੇਸ਼ਨ ਦਾ ਫਾਇਦਾ ਲੈਂਦੇ ਆ ਤੇ ਦੂਸਰਿਆਂ ਨੂੰ ਨਹੀਂ ਮਿਲਦੇ। ਇਹਦੇ ਵਿੱਚੋਂ ਫਿਰ ਇੱਕ ਗੱਲ ਇਹ ਚੱਲੀ ਕਿ ਜਿਹੜੀਆਂ ਰਿਜ਼ਰਵ ਕਲਾਸ ਦੇ ਵਿੱਚ ਜਾਤਾਂ ਤੇ ਸ਼੍ਰੇਣੀਆਂ ਆਉਂਦੀਆਂ ਨੇ, ਉਹਨਾਂ ਦੇ ਅੰਦਰ ਵੀ ਕੁਝ ਜਾਤਾਂ ਥੋੜ੍ਹੀਆਂ ਸੌਖੀਆਂ ਨੇ, ਕੁਝ ਦਲਿਤਾਂ ਦੇ ਵਿੱਚ ਵੀ ਮਹਾ ਦਲਿਤ ਨੇ, ਇੰਨੀ ਬੁਰੀ ਹਾਲਤ ਵਿੱਚ ਨੇ। ਸਮਾਜ ਵਿੱਚ ਦਲਿਤ ਜਾਤੀਆਂ ਵੀ ਉਹਨਾਂ ਨੂੰ ਆਪਣੇ ਵਿੱਚ ਨਹੀਂ ਸ਼ਾਮਲ ਗਿਣਦੀਆਂ। ਉਹ ਦਲਿਤ ਤੇ ਮਹਾ ਦਲਿਤ ਦਾ ਵੀ ਰੌਲਾ ਪਿਆ। ਉਦੋਂ ਇਹ ਗੱਲ ਆਈ ਸੀ ਕਿ ਫਿਰ ਇਹਦੇ ਨਾਲੋਂ ਤਾਂ ਰਿਜ਼ਰਵੇਸ਼ਨ ਦੇ ਅੰਦਰੋਂ ਉਹਨਾਂ ਮਹਾ ਦਲਿਤ ਵਾਸਤੇ ਇੱਕ ਵੱਖਰਾ ਕੋਟਾ ਕੱਢ ਦੇਣਾ ਚਾਹੀਦਾ। ਇੱਦਾਂ ਦੀਆਂ ਗੱਲਾਂ ਕਈ ਵਾਰ ਚੱਲੀਆਂ। ਜਦੋਂ ਵੀ ਚੱਲਦੀਆਂ ਰੌਲਾ ਪੈ ਕੇ ਰੁਕ ਜਾਂਦੀਆਂ। ਅਦਾਲਤਾਂ ਤੱਕ ਵੀ ਗਈਆਂ ਤੇ ਕਦੇ ਇਸ ਮਸਲੇ ਤੇ ਕੋਈ ਸਪਸ਼ਟ ਫੈਸਲਾ ਅੱਜ ਤੱਕ ਆ ਨਹੀਂ ਸਕਿਆ। ਅੱਗੋਂ ਕੋਈ ਆਉਂਦਾ ਕਿ ਮੈਨੂੰ ਪਤਾ ਨਹੀਂ ਆ ਸਕੇਗਾ ਕਿ ਨਹੀਂ ਆਵੇਗਾ। ਅੱਛਾ, ਹੁਣ ਹਰਿਆਣੇ ਦੇ ਵਿੱਚ ਨਵੀਂ ਸਰਕਾਰ ਬਣੀ ਹੈ। ਜੇ ਤੇ ਇਹਨਾਂ ਨੇ ਇਹੋ ਕੁਝ ਕਰਨਾ ਸੀ ਤੇ ਜੇ ਚੋਣਾਂ ਹੋਈਆਂ ਨੂੰ ਕਿੰਨੇ ਦਿਨ ਹੋਏ ਆ, ਹਫ਼ਤਾ ਤਾਂ ਇੱਕ ਨਹੀਂ ਹੋਇਆ। ਇਹਨਾਂ ਨੂੰ ਚਾਹੀਦਾ ਸੀ ਚੋਣਾਂ ਦੌਰਾਨ ਆਪਣੇ ਮੈਨੀਫੈਸਟੋ 'ਚ ਇਹ ਗੱਲ ਲਿਖ ਦਿੰਦੇ, ਲੋਕਾਂ ਸਾਹਮਣੇ ਰੱਖ ਕੇ ਇਸ ਮੁੱਦੇ ਤੇ ਵੋਟਾਂ ਲੈਂਦੇ। ਜੇ ਇਸ ਮੁੱਦੇ ਤੇ ਵੋਟਾਂ ਲਈਆਂ ਨਹੀਂ, ਹੁਣ ਇੱਕਦਮ ਕਸ਼ 'ਚੋਂ ਮੂੰਗਲੀ ਕੱਢ ਮਾਰੀ ਆ। ਇਹਦੇ ਕੁਝ ਲੋਕ ਪੱਖ ਵਿੱਚ ਬੋਲਣਗੇ, ਕੁਝ ਲੋਕ ਇਹਦੇ ਵਿਰੋਧ 'ਚ ਬੋਲਣਗੇ। ਨਾ ਮੈਂ ਇਹਦੇ ਵਿਰੋਧ ਵਿੱਚ ਆ, ਨਾ ਮੈਂ ਇਹਦੇ ਪੱਖ ਵਿੱਚ ਆ। ਮੈਂ ਸਮਝਦਾ ਕਿ ਬਿਨਾਂ ਕਿਸੇ ਬਹਿਸ ਤੋਂ, ਬਿਨਾਂ ਕਿਸੇ ਪਾਰਲੀਮੈਂਟ ਜਾਂ ਅਸੈਂਬਲੀ 'ਚ
ਬਿੱਲ ਰੱਖ ਕੇ ਪਾਸ ਕਰਾਏ ਤੋਂ ਬਿਨਾਂ ਕਿਸੇ ਚੋਣ 'ਚ ਲੋਕਾਂ ਦਾ ਫਤਵਾ ਲੈ ਤੋਂ ਅਚਾਨਕ ਇਹਨਾਂ ਨੇ ਇਹ ਗੱਲ ਕਰਨੀ ਸ਼ੁਰੂ ਕਰਤੀ। ਇੱਕ ਸਵਾਲ ਅਨੰਦਪ੍ਰੀਤ ਜੀ ਹੋਰ ਉੱਠਦਾ ਵੀ ਜੇ ਜੀ ਇਸ ਤਰ੍ਹਾਂ ਦੀ ਇਹਨਾਂ ਨੇ ਦੇਣੀ ਹੋਵੇ ਇੱਕ ਰਿਜ਼ਰਵੇਸ਼ਨ ਦੇ ਵਿੱਚ ਰਿਜ਼ਰਵੇਸ਼ਨ, ਤੇ ਉਹ ਜਾਤਾਂ ਦੇ ਆਧਾਰ ਤੇ ਦੇਣੀ ਹੈ ਨਾ, ਜਾਤਾਂ ਦਾ ਪਤਾ ਕਿੱਦਾਂ ਲੱਗੂ? ਉਹ ਨਿਤੀਸ਼ ਕੁਮਾਰ ਨੇ ਬਿਹਾਰ ਦੇ ਵਿੱਚ ਜਾਤੀ ਆਧਾਰ ਤੇ ਰਿਜ਼ਰਵੇਸ਼ਨ ਦੇਣ ਵਾਸਤੇ ਜਨਗਣਨਾ ਸ਼ੁਰੂ ਕਰਾਈ ਤੇ ਭਾਜਪਾ ਵਿਰੋਧ ਕਰਦੀ ਰਹੀ ਸੀ। ਉਹ ਕਹਿੰਦਾ ਸੀ 1930 ਤੋਂ ਬਾਅਦ ਕਦੇ ਜਾਤਾਂ ਦੀ ਗਿਣਤੀ ਹੋਈ ਨਹੀਂ ਤੇ ਪਤਾ ਨਹੀਂ ਲੱਗਦਾ ਕਿਹੜੀ ਜਾਤ ਦੇ ਕਿੰਨੇ ਲੋਕ ਨੇ, ਇਸ ਕਰਕੇ ਕਰਾਉਣੀ ਪੈਣੀ ਆ। ਤੇ ਇਹ ਤੇ ਮੰਨਦੇ ਨਹੀਂ ਸੀ। ਹੁਣ ਜਦੋਂ ਜਾਤਾਂ ਦੇ ਆਧਾਰ ਤੇ ਇਹਨਾਂ ਨੇ ਇੱਕ ਤਾਂ ਰਿਜ਼ਰਵੇਸ਼ਨ ਆ ਤੇ ਦੂਜਾ ਰਿਜ਼ਰਵੇਸ਼ਨ ਦੇ ਵਿੱਚੋਂ ਵੀ ਰਿਜ਼ਰਵੇਸ਼ਨ ਗਾਹ ਦੇਣੀ ਆ, ਤੇ ਉਹ ਦੇਣ ਵਾਸਤੇ ਫਿਰ ਜਾਤਾਂ ਦਾ ਸਵਾਲ ਉੱਠੇਗਾ, ਕਿਹੜੀ ਜਾਤ ਦੇ ਕਿੰਨੇ ਲੋਕ ਆ ਤੇ ਕੀ ਕੁਛ ਆ। ਉਹ ਸਾਰੇ ਦਾ ਨਿਸਤਾਰਾ ਕਰਨ ਵਾਸਤੇ ਆਧਾਰ ਕਿਹੜੇ ਅੰਕੜਿਆਂ ਨੂੰ ਬਣਾਉਣਗੇ? 1930 ਵਾਲਿਆਂ ਨੂੰ ਬਣਾਉਣਗੇ ਕਿ ਨਿਤੀਸ਼ ਕੁਮਾਰ ਵਾਲਿਆਂ ਨਵੇਂ ਸਿਰੇ ਤੋਂ ਰਿਜ਼ਰਵੇਸ਼ਨ ਦੇਣ ਵਾਸਤੇ ਇੱਕ ਨਵੀਂ ਜਿਹੜੀ ਹੈਗੀ ਆ ਜਨਗਣਨਾ ਕਰਾਉਣਗੇ ਜਾਤੀ ਆਧਾਰ ਤੇ? ਇਹ ਕੁਛ ਨਹੀਂ ਪਤਾ ਲੱਗ ਰਿਹਾ। ਬਹੁਤ ਸਾਰੇ ਰਾਜਾਂ 'ਚ ਇਦਾਂ ਹੀ ਗੱਲਾਂ ਹੁੰਦੀਆਂ ਜਿਹੜੀਆਂ ਇੱਕਦਮ ਅਚਾਨਕ ਲੋਕਾਂ ਸਾਹਮਣੇ ਆਉਂਦੀਆਂ, ਜਦੋਂ ਆ ਜਾਂਦੀਆਂ ਤੇ ਲੋਕੀ ਹੱਕੇ ਬੱਕੇ ਰਹਿ ਜਾਂਦੇ ਆ। ਇਹ ਹੱਕਾ ਬੱਕਾ ਕਰਕੇ ਸਿਆਸਤ ਚਲਾਉਣ ਦੀ ਜਿਹੜੀ ਕੋਸ਼ਿਸ਼ ਆ, ਇਹ ਵੀ ਪਿਛਲੇ ਸਮੇਂ 'ਚ ਇਹਨੇ ਭਾਰਤ ਦਾ ਕੁਝ ਸਵਾਰਿਆ ਨਹੀਂ ਤੇ ਅਗਲੇ ਸਮੇਂ ਵਿੱਚ ਕੁਝ ਸਵਾਰੂਗੇ ਮੈਨੂੰ ਲੱਗਦਾ ਨਹੀਂ। ਇਹਦੇ ਬਜਾਏ ਜੋ ਕੁਝ ਵੀ ਕਰਨਾ ਲੋਕਤੰਤਰ ਆ, ਲੋਕਾਂ ਦੇ ਸਾਹਮਣੇ ਕਲੀਅਰ ਕੱਟ ਬਿਲਕੁਲ ਸਪਸ਼ਟ ਸਥਿਤੀ ਹੋਣੀ ਚਾਹੀਦੀ ਆ, ਸਪਸ਼ਟ ਫੈਸਲੇ ਹੋਣੇ ਚਾਹੀਦੇ ਆ, ਭੰਬਲ ਭੁੱਸਾ ਨਹੀਂ ਚਾਹੀਦਾ। ਪੁੰਨ ਸਾਹਿਬ, ਹੁਣ ਗੱਲ ਨਿਆਂਪਾਲਿਕਾ ਦੀ ਕਰਨੀ ਹੈ। ਆਮ ਲੋਕਾਂ ਨੂੰ ਨਿਆਂਪਾਲਿਕਾ ਦੇ ਉੱਤੇ ਬੜਾ ਵਿਸ਼ਵਾਸ ਹੈ ਤੇ ਹੋਣਾ ਵੀ ਚਾਹੀਦਾ ਹੈ, ਪਰ ਇਹ ਵੀ ਗੱਲ ਨਾਲੋਂ ਨਾਲ ਹੁੰਦੀ ਹੈ ਕਿ ਨਿਆਂਪਾਲਿਕਾ ਨੂੰ ਨਿਰਪੱਖ ਰਹਿਣਾ ਚਾਹੀਦਾ। ਤੇ ਹੁਣ ਜਿਹੜਾ ਮਾਮਲਾ ਆਇਆ ਇਹ ਉਸ ਤੋਂ ਬਿਲਕੁਲ ਉਲਟਾ ਹੈ। ਹਾਈ ਕੋਰਟ ਦੇ ਜੱਜ ਨੇ ਡਿਸਟ੍ਰਿਕਟ ਕੋਰਟ ਦੇ ਜੱਜ ਨੂੰ ਜੁਰਮਾਨਾ ਲਗਾਇਆ। ਪੁੰਨ ਸਾਹਿਬ, ਇਹ ਪੂਰਾ ਮਾਮਲਾ ਕੀ ਹੈ ਜੀ? ਦੇਖੋ, ਮੈਂ ਜਿੰਨੀ ਕੁ ਖਬਰ ਪੜ੍ਹੀ ਤੇ ਜਿੰਨੀ ਕੁ ਮੈਨੂੰ ਸਮਝ ਪਈ, ਮੈਨੂੰ ਲੱਗਦਾ ਕਿ ਮਾਨਯੋਗ ਹਾਈ ਕੋਰਟ ਨੇ ਠੀਕ ਫੈਸਲਾ ਦਿੱਤਾ ਹੈ। ਪਟਿਆਲੇ ਦੇ ਜ਼ਿਲ੍ਹਾ ਪੱਧਰ ਦੇ ਜੱਜ ਸਾਹਿਬ ਨੂੰ ਜਿਹੜਾ ਜੁਰਮਾਨਾ ਲਾਇਆ ਗਿਆ, ਉਹ ਜੁਰਮਾਨਾ ਇਸ ਆਧਾਰ ਤੇ ਲਾਇਆ ਗਿਆ ਕਿ ਉਹਨਾਂ ਨੇ ਆਪਣੇ ਸਟਾਫ ਅਦਾਲਤ ਦੇ ਅਮਲੇ ਫੈਲੇ ਦੇ ਵਿੱਚ ਤਰੱਕੀਆਂ ਦੇਣ ਵੇਲੇ ਪਿਕ ਐਂਡ ਚੂਜ਼ ਕੀਤੀ ਹੈ। ਪਿਕ ਐਂਡ ਚੂਜ਼ ਦਾ ਮਤਲਬ ਇਹ ਕਿ ਆਪਣਾ ਬੰਦਾ ਤੈਨੂੰ ਅੱਗੇ ਕਰ ਦਿਓ ਤੇ ਆਪਣਾ ਨਹੀਂ, ਇਹਨੂੰ ਥੋੜਾ ਪਿੱਛੇ ਕਰ ਦਿਓ। ਗੱਲ ਵਿੱਚੋਂ ਇਹ ਨਿਕਲਦੀ ਹੈ ਕਿ ਇੱਕ ਸਟਾਫ ਮੈਂਬਰ ਸ਼ਾਇਦ ਮਾਨਸਾ ਤੋਂ ਆਇਆ ਸੀ, ਕਿਸੇ ਦੂਸਰੇ ਜ਼ਿਲ੍ਹੇ ਤੋਂ ਕਿਤੇੋਂ ਵੀ ਆਇਆ ਹੋਵੇ, ਜਦੋਂ ਇੱਥੇ ਆ ਗਿਆ ਤੇ ਕੈਡਰ ਤੇ ਸਾਂਝਾ, ਉਹਦੀ ਉੱਥੋਂ ਵਾਲੀ ਜਿਹੜੀ ਸਰਵਿਸ ਸੀ ਉਹ ਗਿਣੀ ਨਹੀਂ ਗਈ ਤੇ ਇੱਥੋਂ ਵਾਲਿਆਂ ਦੇ ਪਿੱਛੇ ਲਾ ਦਿੱਤਾ ਗਿਆ। ਤਰੱਕੀ ਦੇਣ ਲੱਗਿਆ ਉਹਨੂੰ ਅੱਖੋਂ ਪਰੋਖੇ ਕੀਤਾ ਗਿਆ, ਜਦ ਕਿ ਉਹਦੇ ਨਾਲ ਦਿਆਂ ਨੂੰ ਤਰੱਕੀ ਦੇ ਦਿੱਤੀ ਗਈ। ਹੁਣ ਉਹ ਵੀ ਕਾਨੂੰਨ ਤਾਂ ਜਾਣਦਾ, ਇੰਨੇ ਸਾਲਾਂ ਤੋਂ ਅਦਾਲਤਾਂ ਦੀ ਸੇਵਾ ਕਰਦਾ ਰਿਹਾ। ਮੈਂ ਇਹ ਜਾਣਦਾ ਕਿ ਮੈਨੂੰ ਇੱਕ ਵਾਰੀ ਫੌਜ ਦੇ ਵਿੱਚ ਉਹਨਾਂ ਦੀ ਮੈਡੀਕਲ ਕੋਰ ਵਿੱਚ ਅਸੀਂ ਗਏ ਤੇ ਇੱਕ ਸੂਬੇਦਾਰ ਮਿਲਿਆ ਜਿਹੜਾ ਡਾਕਟਰੀ ਕਾਲਜ ਕਿਸੇ 'ਚ ਪੜ੍ਹਿਆ ਨਹੀਂ, ਪਰ ਉੱਥੋਂ ਦੇ ਡਾਕਟਰ ਕਹਿੰਦੇ ਸੀ ਸਾਡੇ ਹੱਡੀਆਂ ਦੇ ਡਾਕਟਰਾਂ ਨਾਲੋਂ ਇਹ ਜ਼ਿਆਦਾ ਸਿਆਣਾ, ਅਸੀਂ ਇਹਦੀ ਰਾਏ ਲੈਂਦੇ ਹਾਂ। ਕਿਉਂਕਿ ਜਦੋਂ ਸਿਪਾਹੀ ਭਰਤੀ ਹੋਇਆ ਅੱਜ ਤੱਕ ਹਰ ਵਕਤ ਲਗਾਤਾਰ ਹੱਡੀਆਂ ਦੀ ਬ੍ਰਾਂਚ ਵਿੱਚ ਹੀ ਉਸੇ ਵਾਰਡ 'ਚ ਕੰਮ ਕਰਦਾ ਰਿਹਾ, ਆਪਰੇਸ਼ਨ ਨਾਲ ਖਲੋ ਕੇ ਕਰਾਏ ਆ ਤੇ ਡਾਕਟਰਾਂ ਨਾਲੋਂ ਵੱਧ ਸਿਆਣਾ ਡਾਕਟਰ ਵੀ ਇਹਦੀ ਰਾਏ ਲੈਂਦੇ ਆ। ਇਸੇ ਤਰ੍ਹਾਂ ਅਦਾਲਤਾਂ ਦੇ ਸਟਾਫ ਵਿੱਚ ਤੁਹਾਨੂੰ ਕਈ ਵਾਰੀ ਕਲਰਕ ਤੇ ਸਟੈਨੋ ਇਹੋ ਜਿਹੇ ਮਿਲ ਜਾਂਦੇ ਆ ਜਿਨ੍ਹਾਂ ਨੇ ਕਈ ਸਾਲ 20 ਸਾਲ ਜਿਨ੍ਹਾਂ ਲਾਏ ਆ। ਉਹ ਕਿਉਂਕਿ ਲਗਾਤਾਰ ਫੈਸਲੇ ਟਾਈਪ ਵੀ ਕਰਦੇ ਆ, ਉਹਨਾਂ ਦੇ ਪ੍ਰੂਫ ਵੀ ਪੜ੍ਹਦੇ ਆ, ਗਲਤੀਆਂ ਵੀ ਸੁਧਾਰਦੇ ਆ। ਵੇਲੇ ਕੁ ਕਿਸੇ ਨਾ ਕਿਸੇ ਜੱਜ ਸਾਹਿਬ ਨੂੰ ਇਹ ਵੀ ਕਹਿ ਦਿੰਦੇ ਆ, ਆਹ ਫੈਸਲਾ ਜੀ ਫਲਾਣੇ ਵਕਤ ਫਲਾਣੇ ਜੱਜ ਸਾਹਿਬ ਨੇ ਇੱਦਾਂ ਕੀਤਾ ਸੀ ਤੇ ਬਾਅਦ 'ਚ ਇਸ ਫੈਸਲੇ ਤੇ ਰੌਲਾ ਪਿਆ ਸੀ, ਤੁਹਾਡੀ ਪੋਜੀਸ਼ਨ ਖਰਾਬ ਹੋ ਸਕਦੀ ਆ, ਤੁਸੀਂ ਉਹਨੂੰ ਵੇਲੇ ਸਿਰ ਜੇ ਬਦਲ ਲਓ ਤੇ ਚੰਗਾ ਹੋਊਗਾ। ਮੈਨੂੰ ਕਈ ਜੱਜ ਸਾਹਿਬਾਨ ਨੇ ਦੱਸਿਆ ਕਿ ਸਾਡੇ ਸਟਾਫ ਵਿੱਚ ਇਹੋ ਜਿਹੇ ਬੰਦੇ ਵੀ ਹੁੰਦੇ ਆ ਜਿਹੜੇ ਸਾਨੂੰ ਗਾਏ ਬਗਾਏ ਇਸ ਤਰ੍ਹਾਂ ਦੀ ਗੱਲ ਜਿਹੜੀ ਆ ਵੇਲੇ ਸਿਰ ਚੇਤਾ ਕਰਾ ਦਿੰਦੇ ਆ। ਮਨੁੱਖ ਤੋਂ ਗਲਤੀ ਕਦੇ ਵੀ ਕਿਸੇ ਪੱਧਰ ਤੇ ਵੀ ਹੋ ਸਕਦੀ ਆ, ਉਹ ਪਿੰਡ ਦੇ ਚੌਕੀਦਾਰ ਤੋਂ ਵੀ ਹੋ ਸਕਦੀ ਆ ਤੇ ਉਹ ਕਿਸੇ ਵੱਡੇ ਤੋਂ ਵੱਡੇ ਜੱਜ ਤੋਂ ਵੀ ਹੋ ਸਕਦੀ ਆ। ਆਖਿਰਕਾਰ ਹੈਗੇ ਤਾਂ ਸਾਰੇ ਮਨੁੱਖ ਨੇ ਨਾ। ਤੇ ਇਸੇ ਤਰ੍ਹਾਂ ਹੀ ਸਿਆਣਾ ਬੰਦਾ ਜ਼ਰੂਰੀ ਨਹੀਂ ਹੁੰਦਾ ਕਿ ਵੱਡੀ ਕੁਰਸੀ ਤੇ ਹੀ ਹੋਵੇ। ਕਈ ਵਾਰੀ ਸਾਡੇ ਸਮਾਜ ਵਿੱਚ ਬਹੁਤ ਸਿਆਣੇ ਲੋਕ ਆ ਹੇਠਲੇ ਪੱਧਰ ਤੇ ਨੇ, ਪਰ ਉਹਨਾਂ ਨੂੰ ਉੱਤੇ ਜਾਣ ਦਾ ਮੌਕਾ ਨਹੀਂ ਮਿਲਿਆ। ਹੁਣ ਜਿਹੜਾ ਉਹ ਬੰਦਾ ਉੱਥੇ ਬੈਠਾ ਸੀ ਅਦਾਲਤ ਵਿੱਚ, ਉਹਨੂੰ ਲੱਗਾ ਬੇਇਨਸਾਫੀ ਹੋ ਰਹੀ ਆ, ਉਹ ਹਾਈ ਕੋਰਟ ਚਲਾ ਗਿਆ। ਮਾਨਯੋਗ ਹਾਈ ਕੋਰਟ ਨੇ ਉਹਦੀ ਗੱਲ ਮੰਨ ਲਈ ਆ। ਜ਼ਿਲ੍ਹੇ ਦੇ ਜੱਜ ਸਾਹਿਬ ਨੂੰ ਆਖਿਆ ਜੀ ਤੁਸੀਂ ਗਲਤ ਕੀਤਾ, ਸਿਰਫ ਆਖਿਆ ਨਹੀਂ, ਝਿੜਕਿਆ ਨਹੀਂ, ਉਹਨਾਂ ਨੂੰ ਨਾਲ ਜੁਰਮਾਨਾ ਵੀ ਪਾਤਾ। ਜੁਰਮਾਨਾ ਪਾਉਣ ਤੋਂ ਲੱਗਦਾ ਕਿ ਹਾਈ ਕੋਰਟ ਇਹ ਸਮਝਦੀ ਆ ਕਿ ਇਹਨੇ ਜਾਣਬੁੱਝ ਕੇ ਇਸ ਤਰ੍ਹਾਂ ਦੀ ਗੱਲ ਕੀਤੀ ਜਿਹੜੀ ਇਹਨੂੰ ਕਰਨੀ ਨਹੀਂ ਸੀ ਚਾਹੀਦੀ। ਇਕੱਲਾ ਇਹੋ ਹੀ ਨਹੀਂ, ਮੈਂ ਕੁਝ ਦੂਜੇ ਸੂਬਿਆਂ ਦੀਆਂ ਮਿਸਾਲਾਂ ਵੀ ਜਾਣਦਾ ਜਿੱਥੇ ਜੱਜ ਸਾਹਿਬਾਨ ਨੇ ਕਿਸੇ ਦੇ ਪ੍ਰਭਾਵ ਹੇਠ ਜਾਂ ਕਿਸੇ ਹੋਰ ਕਾਰਨ ਇਹੋ ਜਿਹੇ ਫੈਸਲੇ ਦੇ ਦਿੱਤੇ ਜਿਨ੍ਹਾਂ ਦੀ ਕਾਨੂੰਨ 'ਚ ਮਾਨਤਾ ਨਹੀਂ ਸੀ
ਤੇ ਇਹਨਾਂ ਗੱਲਾਂ ਦਾ ਕਰਕੇ ਸੁਪਰੀਮ ਕੋਰਟ ਨੂੰ ਫੈਸਲਾ ਕਰਕੇ ਉਹ ਜੱਜ ਨੌਕਰੀ ਤੋਂ ਕੱਢਣੇ ਪਏ। ਨੌਕਰੀ ਤੋਂ ਸਸਪੈਂਡ ਕਰਨ ਦੀਆਂ ਵੀ ਮਿਸਾਲਾਂ ਨੇ ਬਹੁਤ ਸਾਰੀਆਂ। ਜੱਜ ਸਾਹਿਬਾਨ ਜਿਹੜੇ ਨੇ ਭਾਵੇਂ ਤਹਿਸੀਲ ਪੱਧਰ ਦੀ ਅਦਾਲਤ ਵਿੱਚ ਹੋਣ, ਜ਼ਿਲ੍ਹਾ ਪੱਧਰ ਦੀ ਹੋਣ ਜਾਂ ਕਿਤੇ ਵੀ ਹੋਣ, ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਥੋੜ੍ਹਾ ਜਿਹਾ ਹੋਰ ਸੁਚੇਤ ਹੋ ਕੇ ਨਿਭਾਉਣੀ ਚਾਹੀਦੀ ਆ। ਕੱਲ੍ਹ ਨੂੰ ਉਂਗਲਾਂ ਉੱਠਣ ਦਾ ਮੌਕਾ ਨਾ ਮਿਲੇ। ਪੰਜਾਬੀ 'ਚ ਕਹਿੰਦੇ ਆ, ਹਸਾਏ ਦਾ ਨਾਂ ਨਹੀਂ ਹੁੰਦਾ, ਰਵਾਏ ਦਾ ਹੁੰਦਾ। ਤੁਸੀਂ 60 ਫੈਸਲੇ ਠੀਕ ਕਰੋ, ਪਰ 61ਵਾਂ ਜੇ ਗਲਤ ਕਰ ਦਿਓਗੇ ਨਾ, ਉਹਦੀ ਚਰਚਾ ਅਖਬਾਰਾਂ 'ਚ, ਮੀਡੀਆ 'ਚ ਹਰ ਪਾਸੇ ਹੋਣੀ ਆ ਤੇ ਤੁਹਾਡੀ ਪੋਜੀਸ਼ਨ ਖਰਾਬ ਹੁੰਦੀ। ਜੀ ਪੰਨੂ ਸਾਹਿਬ, ਅਖੀਰ ਦੇ ਵਿੱਚ ਗੱਲ ਇੱਕ ਖਬਰ ਦੀ ਕਰਨੀ ਹੈ। ਵੈਸੇ ਇੱਕ ਖਬਰ ਦਾ ਨਾਮ ਹੈ, ਇੱਦਾਂ ਦੀ ਖਬਰਾਂ ਆਏ ਦਿਨ ਆਪਾਂ ਨੂੰ ਸੁਣਨ ਨੂੰ ਮਿਲ ਜਾਂਦੀਆਂ ਨੇ। ਬਹੁਤੀ ਵਾਰ ਇਸ ਤਰ੍ਹਾਂ ਦੀ ਖਬਰਾਂ ਆਉਂਦੀਆਂ ਨੇ ਕਿ ਜਹਾਜ਼ ਉੱਡਣ ਲੱਗਿਆ ਸੀ ਤੇ ਅਚਾਨਕ ਇੱਕ ਫੋਨ ਆਇਆ ਤੇ ਉਸ ਤੋਂ ਬਾਅਦ ਲੱਗਿਆ ਕਿ ਜਹਾਜ਼ ਖਾਲੀ ਕਰੋ ਜੀ। ਜਹਾਜ਼ ਦੀ ਦੁਬਾਰਾ ਚੈਕਿੰਗ ਹੋਈ। ਕਈ ਵਾਰ ਬੰਬ ਧਮਾਕੇ ਨਾਲ ਉਡਾਉਣ ਦੀ ਵੀ ਗੱਲਾਂ ਆਈਆਂ ਨੇ। ਕਈ ਵਾਰੀ ਉੱਡੇ ਹੋਏ ਜਹਾਜ਼ ਨੂੰ ਜਿਹੜਾ ਉਹ ਅਚਾਨਕ ਲੈਂਡ ਕਰਾਉਣਾ ਪਿਆ। ਇਹ ਪੂਰਾ ਮਾਮਲਾ ਕੀ ਹੈ ਜੀ? ਕਦੇ ਜਹਾਜ਼, ਕਦੇ ਰੇਲ ਗੱਡੀਆਂ ਵਿੱਚ ਅਜਿਹੀਆਂ ਧਮਕੀਆਂ, ਇਹ ਪੰਨੂ ਸਾਹਿਬ ਕੋਈ ਸੋਚੀ ਸਮਝੀ ਜਿਹੜੀ ਹੈ ਰਣਨੀਤੀ ਤਹਿਤ ਹੁੰਦਾ, ਜਾਂ ਫਿਰ ਇਹ ਕੋਈ ਅਭੋਲਵੀ ਕਿਸਮ ਦੇ ਕੇਸ ਸਾਡੇ ਸਾਹਮਣੇ ਆ ਜਾਂਦੇ ਨੇ? ਦੇਖੋ, ਕੱਲਾ ਇਹ ਨਹੀਂ ਕਿ ਉੜਦੇ ਜਹਾਜ਼ ਨੂੰ ਲੈਂਡ ਕਰਾਉਣਾ ਪਿਆ। ਪਿਛਲੇ ਦਿਨੀ ਇੱਕ ਖਬਰ ਇਹ ਆਈ ਸੀ ਕਿ ਇੱਕ ਜਹਾਜ਼ ਉਸ ਧਮਕੀ ਦੀ ਖਬਰ ਮਿਲਣ ਤੋਂ ਬਾਅਦ ਵੀ 2 ਘੰਟੇ ਤੋਂ ਵੱਧ ਉੱਡਦਾ ਰਿਹਾ, ਕਿਉਂਕਿ ਨੇੜੇ ਇਹੋ ਜਿਹਾ ਏਅਰਪੋਰਟ ਕੋਈ ਨਹੀਂ ਸੀ ਜਿੱਥੇ ਉਹ ਵੱਡਾ ਜਹਾਜ਼ ਲੈਂਡ ਕੀਤਾ ਜਾ ਸਕੇ। ਹੁਣ ਮਿਸਾਲ ਦੇ ਤੌਰ ਤੇ ਯੂਰਪ ਤੋਂ ਉੱਡਿਆ ਜਹਾਜ਼ ਅਮਰੀਕਾ, ਕੈਨੇਡਾ ਨੂੰ ਜਾਣਾ ਹੋਵੇ, ਉਹਨੇ 4 ਘੰਟੇ ਸਮੁੰਦਰ ਦੇ ਉੱਤੇ ਉੱਡਣਾ। ਜਾਂ ਇੱਧਰੋਂ ਹਾਂਗਕਾਂਗ ਵੱਲੋਂ ਜਾਣਾ ਹੋਵੇ ਆਸਟ੍ਰੇਲੀਆ ਨੂੰ, ਕਈ ਘੰਟੇ ਉਹਨਾਂ ਨੇ ਸਮੁੰਦਰ ਦੇ ਉੱਤੇ ਉੱਡਣਾ। ਉਹ ਰਸਤੇ 'ਚ ਲੈਂਡ ਕਰਨ ਵਾਸਤੇ ਥਾਂ ਹੀ ਕੋਈ ਨਹੀਂ ਹੁੰਦੀ। ਇਹੋ ਜਿਹੀ ਧਮਕੀ ਆਵੇ ਕੀ ਕਰਨਗੇ? ਇਹ ਧਮਕੀਆਂ ਬਹੁਤਾ ਕਰਕੇ ਗੈਰ ਗੰਭੀਰ ਬੰਦੇ, ਸ਼ਰਾਰਤੀ ਬੰਦੇ ਦਿੰਦੇ ਆ। ਕਿਸੇ ਦੀ ਚੁੱਕਣਾ 'ਚ ਆ ਕੇ ਥੋੜ੍ਹੇ ਬਹੁਤ ਪੈਸੇ ਲੈ ਕੇ ਦਿੰਦੇ ਆ, ਪਰ ਇਹਨਾਂ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਹੁਣੇ ਬਾਬਾ ਸਦੀਕੀ ਦਾ ਕਤਲ ਹੋਇਆ, ਕਹਿੰਦੇ ਪਹਿਲਾਂ ਧਮਕੀ ਆਈ ਸੀ, ਉਹਨੂੰ ਅੱਖੋਂ ਪਰੋਖਾ ਕੀਤਾ ਗਿਆ, ਕਿ ਰੈਕੀ ਕੀਤੀ ਗਈ ਸੀ। ਇੱਦਾਂ ਹੀ ਕਈ ਵਾਰੀ ਹੁੰਦਾ ਇਹ ਆ ਕਿ ਇੱਦਾਂ ਦੀਆਂ ਧਮਕੀਆਂ ਆਉਂਦੀਆਂ ਤੇ ਅਸੀਂ ਸਮਝਦੇ ਐਵੇਂ ਕੋਈ ਸ਼ਰਾਰਤੀ ਬੰਦਾ ਕਰਦਾ। ਉਹ ਸ਼ੇਰ ਆਇਆ 5-6 ਵਾਰ ਕਰਕੇ, ਜਦੋਂ ਲੋਕੀ ਕਹਿੰਦੇ ਆ ਕੋਈ ਸ਼ੇਰ ਨਹੀਂ ਆ ਰਿਹਾ, ਇੱਥੇ ਕੋਈ ਬਘਿਆੜ ਨਹੀਂ ਆਉਣ ਲੱਗਾ, ਸਮਝਦੇ ਖਤਰਾ ਕੋਈ ਨਹੀਂ, ਉਦੋਂ ਅਚਾਨਕ ਘਟਨਾ ਵਾਪਰ ਜਾਂਦੀ ਆ। ਇਹ ਤਾਂ ਇਹੋ ਹੀ ਆ ਕਿ ਘਰ ਪੱਕਾ ਰੱਖ ਤੇ ਚੋਰ ਨਾ ਕਿਸੇ ਨੂੰ ਆਖ। ਸਰਕਾਰ ਨੇ ਅਜੇ ਤੱਕ ਤੇ ਫੈਸਲਾ ਕੀਤਾ ਕਿ ਜਿਹੜਾ ਇਹੋ ਜਿਹੇ ਧਮਕੀ ਦੇਣ ਵਾਲਾ ਫੜਿਆ ਗਿਆ, ਉਹਦੇ ਤੇ ਸਾਰੀ ਉਮਰ ਲਈ ਬੈਨ ਲਾ ਦਿੱਤਾ ਜਾਊਗਾ, ਕਦੇ ਕਿਸੇ ਜਹਾਜ਼ ਤੇ ਨਹੀਂ ਚੜ੍ਹ ਸਕੂਗਾ। ਇੰਨਾ ਕਾਫੀ ਨਹੀਂ, ਇਹਦੇ ਤੋਂ ਵੱਧ ਕੇ ਵੀ ਕੁਝ ਨਾ ਕੁਝ ਸਜ਼ਾਵਾਂ ਹੋਣੀਆਂ ਚਾਹੀਦੀਆਂ, ਤਾਂ ਕਿ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਵਾਲੀ ਇਹੋ ਜਿਹੀ ਕੋਈ ਧਮਕੀ ਕੋਈ ਵਿਅਕਤੀ ਦੇ ਨਾ ਸਕੇ। ਔਰ ਦੂਸਰੀ ਗੱਲ ਇਹ ਕਿ ਜਿੱਥੇ ਵੀ ਸਾਡੇ ਏਅਰਪੋਰਟਾਂ 'ਤੇ, ਸਾਡੇ ਕੀ ਦੁਨੀਆ ਭਰ ਦੇ ਹੈ, ਇਹੋ ਜਿਹੇ ਮਤਲਬ ਕਿਤੇ ਇੱਕ ਵੀ ਘਟਨਾ ਹੁੰਦੀ ਹੈ, ਸਭ ਥਾਵਾਂ 'ਤੇ ਸਿਕਿਉਰਿਟੀ ਹੋਰ ਵਧਾਈ ਜਾਣੀ ਚਾਹੀਦੀ ਆ। ਪਿਛਲੇ ਸਮੇਂ 'ਚ ਮਾੜੀਆਂ ਘਟਨਾਵਾਂ ਵਾਪਰ ਚੁੱਕੀਆਂ, ਅੱਗੇ ਤੋਂ ਵਾਪਰਨ ਤੋਂ ਰੋਕਣ ਵਾਸਤੇ ਜੋ ਵੀ ਜ਼ਰੂਰੀ ਕਰਨਾ ਪਵੇ ਕੀਤਾ ਜਾਣਾ ਚਾਹੀਦਾ। ਜੀ ਬਹੁਤ ਸ਼ੁਕਰੀਆ ਪੰਨੂ ਸਾਹਿਬ, ਤੁਸੀਂ ਜੁੜੇ ਖਬਰਾਂ 'ਤੇ ਚਰਚਾ ਕੀਤੀ। ਧੰਨਵਾਦ ਜੀ। ਜੀ ਮਿਹਰਬਾਨੀ, ਸ਼ੁਕਰੀਆ ਜੀ। ਤਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦਾ ਵੇਲਾ ਹੋ ਚੱਲਿਆ। ਪ੍ਰੋਗਰਾਮ ਬਾਰੇ ਤੁਹਾਡੇ ਸੁਝਾਅ ਟਿੱਪਣੀਆਂ ਦਾ ਸਾਨੂੰ ਹਰ ਰੋਜ਼ ਦੀ ਤਰ੍ਹਾਂ ਇੰਤਜ਼ਾਰ ਰਹੇਗਾ। ਫਿਲਹਾਲ ਮੈਨੂੰ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।